ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਏ ਹਾਂ ਦੇਸ਼ ਵਿਦੇਸ਼ ਦੀ ਜਾਣਕਾਰੀ ਤੁਹਾਡੇ ਰੂਬਰੂ ਕਰਦੀਆਂ ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਵੱਲ। ਆਲ ਪਾਰਟੀ ਮੀਟਿੰਗ 'ਚ ਨਾ ਬੁਲਾਏ ਜਾਣ ਤੇ ਵੈਂਸ ਦਾ ਬੀਪੀ ਹੋਇਆ ਹਾਈ, ਕੈਪਟਨ ਤੇ ਬੋਲਿਆ ਤਿੱਖਾ ਸ਼ਬਦੀ ਹਮਲਾ। ਝਾੜੂ ਵਾਲੇ ਐਮਐਲਏ ਨੇ ਖੱਚਰ ਰੇੜੇ ਤੇ ਚੜ ਮੋਦੀ ਖਿਲਾਫ ਕੱਢੀ ਪੜਾਸ, ਤੇਲ ਕੀਮਤਾਂ ਨੂੰ ਲੈ ਕੀਤਾ ਪ੍ਰਦਰਸ਼ਨ। ਕਾਂਗਰਸ ਪਾਰਟੀ ਦੀਆਂ ਔਰਤਾਂ ਨੇ ਮੋਦੀ ਸਰਕਾਰ ਤੇ ਬੋਲਿਆ ਧਾਵਾ, ਕੀਤਾ ਸਰਕਾਰ ਹਲਾਊ ਪ੍ਰਦਰਸ਼ਨ। ਕਰਨ ਅਵਤਾਰ ਦੀ ਛੁੱਟੀ ਤੋਂ ਬਾਅਦ ਰਾਜਾ ਵੜਿੰਗ ਹੋਏ ਵਾਗੋ ਵਾਗ, ਪੋਸਟ ਪਾ ਖੁਸ਼ੀ ਕੀਤੀ ਸਾਂਝੀ। ਕੋਟਕਪੂਰਾ ਗੋਲੀकांड ਮਾਮਲੇ 'ਚ ਅਦਾਲਤ ਦਾ ਵੱਡਾ ਐਕਸ਼ਨ, ਪੁਲਿਸ ਰਿਮਾਂਡ ਖਤਮ ਹੋਣ ਤੇ ਜੇਲ੍ਹ ਭੇਜਿਆ ਐਸਐਚਓ ਪੰਧੇਰ। ਸਾਬਕਾ ਫੌਜੀ ਦੀ ਕਰਤੂਤ, 12 ਸਾਲ ਦੀ ਬੱਚੀ ਨੂੰ ਹਫਸ ਦਾ ਸ਼ਿਕਾਰ ਬਣਾਉਣ ਦੀ ਕੀਤੀ ਕੋਸ਼ਿਸ਼। ਹੁਣ ਖਬਰਾਂ ਵਿਸਤਾਰ ਨਾਲ। ਕੇਂਦਰ ਸਰਕਾਰ ਦੇ ਕਿਸਾਨ ਮਾਰੂ ਆਰਡੀਨੈਂਸ ਖਿਲਾਫ ਰੱਖੀ ਆਲ ਪਾਰਟੀ ਪੰਜਾਬ ਮੀਟਿੰਗ ਦੇ ਵਿੱਚ ਕੈਪਟਨ ਸਾਹਿਬ ਵੱਲੋਂ ਬੈਂਸ ਭਰਾਵਾਂ ਨੂੰ ਨਹੀਂ ਬੁਲਾਇਆ ਗਿਆ ਸੀ। ਬੈਂਸ ਨੇ ਕੈਪਟਨ ਖਿਲਾਫ ਆਪਣਾ ਗੁੱਸਾ ਸਾਫ਼ ਕਰਦਿਆਂ ਕਈ ਵੱਡੇ ਪਰਦੇ ਫੋਲੇ। ਨਾਲ ਹੀ ਗਿੰਨੀ ਮਹਾਜਨ ਦੇ ਪੰਜਾਬ ਮੁੱਖ ਸਕੱਤਰ ਵਨ ਬਾਬਤ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ। केंद्र सरकार दे किसान मारू आर्डीनेंस ਦਾ ਮਾਮਲਾ ਕਾਫੀ ਤੂਲ ਫੜ ਚੁੱਕਿਆ ਹੈ। ਪੰਜਾਬ 'ਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਬਾਕੀ ਸਾਰੀ ਪਾਰਟੀਆਂ ਆਰਡੀਨੈਂਸ ਦਾ ਵਿਰੋਧ ਕਰ ਰਹੀਆਂ ਨੇ। ਬੇਸ਼ੱਕ ਸਾਰੇ ਵਿਰੋਧ 'ਚ ਨੇ, ਪਰ ਫਿਰ ਵੀ ਇਕਜੁੱਟ ਹੋਣ ਦੀ ਬਜਾਏ ਪਾਰਟੀਆਂ ਦੇ ਆਪਸੀ ਮਤਭੇਦ ਸਾਹਮਣੇ ਆ ਰਹੇ ਨੇ। ਬੀਤੇ ਦਿਨੀ ਪੰਜਾਬ ਮੁੱਖ ਮੰਤਰੀ ਨੇ ਆਲ ਪਾਰਟੀ ਮੀਟਿੰਗ ਰੱਖੀ ਸੀ, ਜਿਸ 'ਚ ਬਾਕੀ ਸਭ ਪਾਰਟੀਆਂ ਮੌਜੂਦ ਸੀ, ਸਿਰਫ ਲੋਕ ਇਨਸਾਫ ਪਾਰਟੀ ਨੂੰ ਹੀ ਨਹੀਂ ਸੱਦਿਆ ਗਿਆ। ਜਦੋਂ ਇਸ ਬਾਬਤ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਬੈਂਸ ਸਾਹਿਬ ਨੇ ਕੈਪਟਨ ਤੇ ਕਾਫੀ ਤਿੱਖੇ ਵਾਰ ਕੀਤੇ। ਅਫਸੋਸ ਹੈ ਇਸ ਗੱਲ ਦਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਾਤੀ ਤੌਰ ਤੇ ਐਡੀ ਜ਼ਹਿਰ ਨਹੀਂ ਰੱਖਣੀ ਚਾਹੀਦੀ ਲੋਕ ਇਨਸਾਫ ਪਾਰਟੀ ਦੇ ਪ੍ਰਤੀ। ਉਹ ਪਾਰਟੀਆਂ ਜਿਨ੍ਹਾਂ ਨੇ ਅੱਜ ਤੱਕ ਕੋਈ ਇੱਕ ਐਮਐਲਏ ਵੀ ਚੁਣ ਕੇ ਵਿਧਾਨ ਸਭਾ ਦੇ ਵਿੱਚ ਨਹੀਂ ਭੇਜਿਆ, ਉਹ ਆਲ ਪਾਰਟੀ ਮੀਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਚਾਹੇ ਉਹ ਪਾਣੀਆਂ ਦੇ ਉੱਤੇ ਆਲ ਪਾਰਟੀ ਮੀਟ ਹੋਵੇ, ਕਿਉਂਕਿ ਇੱਥੇ ਜਾਣਕਾਰੀ ਹੈ, ਇੱਥੇ ਸੱਚਾਈ ਹੈ। ਸੱਚਾਈ ਤੋਂ ਡਰਦੇ ਹੋਏ ਆਲ ਪਾਰਟੀ ਮੀਟ ਦੇ ਵਿੱਚੋਂ ਲੋਕ ਇਨਸਾਫ ਪਾਰਟੀ ਨੂੰ ਸਾਫ਼ ਕਰਨਾ। ਜਿਹੜੀ ਗੱਲ ਜਦੋਂ ਆਲ ਪਾਰਟੀ ਮੀਟ ਪਾਣੀਆਂ ਦੇ ਵਿਸ਼ੇ ਤੇ ਹੋਈ, ਜਿਹੜੀ ਗੱਲ ਮੈਂ ਬਾਹਰ ਧਰਨਾ ਲਾ ਕੇ ਕਹੀ ਕਿ ਇਹ ਜਿਹੜਾ ਟ੍ਰਿਬਿਊਨਲ ਦੀ ਸਰਬਸੰਮਤੀ ਨਾਲ ਪਾਸ ਕਰਾਇਆ ਕੈਪਟਨ ਅਮਰਿੰਦਰ ਸਿੰਘ ਨੇ, ਇਹ ਪੰਜਾਬ ਦੇ ਹੱਥ ਵੱਢ ਕੇ ਕੇਂਦਰ ਨੂੰ ਦਿੱਤੇ ਆ। ਜਿਹੜਾ ਰਹਿੰਦਾ ਖੁੰਦਾ ਪਾਣੀਆਂ ਕੇਂਦਰ, ਉਹ ਵੀ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਦੇ ਦੇਵੇ। ਮੇਰੀ ਇਸ ਗੱਲ ਦੀ ਬੁੱਧੀਜੀਵੀ ਆਰਟੀਕਲ ਲਿਖਣ ਵਾਲੇ ਪ੍ਰਿੰਟ ਮੀਡੀਆ ਅਖਬਾਰਾਂ ਦੇ ਵਿੱਚ ਲੋਕਾਂ ਨੇ ਦੂਸਰੇ ਦਿਨ ਆਰਟੀਕਲਾਂ ਦੇ ਰੂਪ ਦੇ ਵਿੱਚ ਲਿਖ ਕੇ ਕਿਹਾ ਕਿ ਜਿਹੜਾ ਟ੍ਰਿਬਿਊਨਲ ਦਾ ਸਰਬਸੰਮਤੀ ਨਾਲ ਫੈਸਲਾ ਕਰਕੇ ਕੈਪਟਨ ਨੇ ਕੇਂਦਰ ਨੂੰ ਭੇਜਿਆ, ਇਹ ਸਰਾਸਰ ਪੰਜਾਬ ਦੇ ਵਰਖਲਾਫ ਆ। ਇਹੀ ਕਾਰਨ ਹੈ ਕੈਪਟਨ ਅਮਰਿੰਦਰ ਸਿੰਘ ਸੱਚਾਈ ਦਾ ਸਾਹਮਣਾ ਨਹੀਂ ਕਰਦੇ। ਉਹਨਾਂ ਨੂੰ ਜਾਤੀ ਤੌਰ ਤੇ ਖੁੰਦਕ ਹੈਗੀ ਆ। ਜਿਹੜਾ ਸਿਟੀ ਸੈਂਟਰ ਕੇਸ ਸੈਸ਼ਨ ਕੋਰਟ ਲੁਧਿਆਣਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਦੇ ਕਹੇ ਤੇ ਬੰਦ ਕੀਤਾ, ਅਸੀਂ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਕਿ ਕੈਪਟਨ ਸਾਹਿਬ ਜਦੋਂ ਵਿਰੋਧ ਦੇ ਵਿੱਚ ਸੀ, FIR ਦਰਜ ਹੋਇਆ, 42.5 ਕਿਲੋ ਦਾ ਚਲਾਨ ਗਿਆ, ਕੈਪਟਨ ਸਾਹਿਬ ਮੁੱਖ ਮੰਤਰੀ ਬਣ ਜਾਣ ਤੇ ਉਹ ਬਿਨਾਂ ਟਰਾਇਲ ਫੇਸ ਕੀਤਿਆਂ, ਬਿਨਾਂ ਕੇਸ ਭੁਗਤਿਆਂ ਇੱਕ ਸ਼ਾਰਟਕਟ ਲੈਂਦੇ ਹੋਏ ਕਲੋਜ਼ਰ ਰਿਪੋਰਟ ਦੇ ਦੇਣ। ਉਹ ਟਰਾਇਲ ਫੇਸ ਕਰਨ ਅਦਾਲਤ ਦੇ ਵਿੱਚ, ਮਾਨਯੋਗ ਅਦਾਲਤ ਉਹਨਾਂ ਨੂੰ ਬਰੀ ਕਰੇ, ਸਾਨੂੰ ਕੀ ਇਤਰਾਜ਼ ਹੋ ਸਕਦਾ? ਪਰ ਕੋਈ ਪਾਵਰ ਦੇ ਵਿੱਚ ਆ ਕੇ ਅਦਾਲਤ ਨੂੰ ਬਾਈਪਾਸ ਕਰਕੇ ਸ਼ਾਰਟਕਟ ਲਵੇ, ਲੋਕ ਇਨਸਾਫ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੂਗੀ। ਇਸ ਕਰਕੇ ਅਸੀਂ ਸੁਪਰੀਮ ਕੋਰਟ ਗਏ ਹਾਂ ਉਸ ਮੁੱਦੇ ਦੇ ਉੱਤੇ। ਬੀਤੇ ਕੱਲ ਕੈਪਟਨ ਸਾਹਿਬ ਨੇ ਕਰਨ ਅਵਤਾਰ ਨੂੰ ਹਟਾ ਕੇ ਉਹਨਾਂ ਦੀ ਕੁਰਸੀ ਪੰਜਾਬ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਗਿੰਨੀ ਮਹਾਜਨ ਨੂੰ ਦੇ ਦਿੱਤੀ, ਜਿਸ ਬਾਬਤ ਗੱਲ ਕਰਦਿਆਂ ਬੈਂਸ ਨੇ ਕੈਪਟਨ ਦੀਆਂ ਡੂੰਘੀਆਂ ਪਰਤਾਂ ਫੋਲੀਆਂ। ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਜਿਹੜਾ ਲਿਕਰ ਮਾਫੀਆ ਇਲਜ਼ਾਮ ਲੱਗੇ ਕਰਨ ਅਵਤਾਰ ਸਿੰਘ ਹੋਰਾਂ ਤੇ 650 ਕਰੋੜ ਰੁਪਈਆ ਮਿੱਟੀ ਪੈ ਗਈ। ਬਹੁਤ ਸਾਰੇ ਕਾਂਗਰਸ ਤੇ ਕੈਬਨਿਟ ਵਜ਼ੀਰਾਂ ਨੇ ਮੰਗ ਕੀਤੀ ਕਿ ਵਾਈਟ ਪੇਪਰ ਜਾਰੀ ਕਰੋ। ਇਹ 650 ਕਰੋੜ ਰੁਪਏ ਦਾ ਘਾਟਾ ਪਿਆ ਕਿਵੇਂ ਆ? ਉਹ ਘਾਟਾ ਪੈਣ ਦਾ ਸਿੱਧਾ ਕਾਰਨ ਹੈਗਾ ਪੰਜਾਬ ਦੇ ਵਿੱਚ 2 ਨੰਬਰ ਦੀ ਦਾਰੂ। 2 ਨੰਬਰ ਦੀ ਦਾਰੂ ਹੋਰ ਕਿਤੇ ਨਹੀਂ ਬਣਦੀ, ਚੰਡੀਗੜ੍ਹ ਤੋਂ ਨਹੀਂ ਜਾਂਦੀ, ਹਰਿਆਣਾ ਹਿਮਾਚਲ ਤੋਂ ਨਹੀਂ ਜਾਂਦੀ, ਇਹ ਰੌਲਾ ਹੀ ਆ। ਇਹ ਜਿਹੜੀਆਂ ਫੈਕਟਰੀਆਂ ਵਾਈਨ ਹੈਗੀਆਂ ਨੇ, ਵਾਈਨ ਫੈਕਟਰੀਆਂ, ਇਹਦੇ ਉੱਤੇ ਕਾਬਜ਼ ਕਾਲੀ ਤੇ ਕਾਂਗਰਸੀ ਨੇ। ਇੱਕ ਗੱਡੀ ਦਾ ਬਿੱਲ ਕੱਟਦੇ ਆ ਸਵੇਰੇ ਤੇ 99 ਗੱਡੀਆਂ ਬਿਨਾਂ ਅਕਸਾਈ ਤੋਂ ਉਸੇ ਬਿੱਲ ਦੇ ਉੱਤੇ ਫਿਰ ਉਹਨੂੰ ਕਹਿੰਦੇ ਆ 2 ਨੰਬਰ ਦੀ ਦਾਰੂ ਹੈਗੀ ਆ।
ਉਹ ਚੀਫ ਸੈਕਟਰੀ ਜਿਹਦੇ ਉੱਤੇ ਵੱਡੇ ਦੋਸ਼ ਲੱਗੇ, ਅਸੀਂ ਨਹੀਂ ਲਾਏ, ਵਿਰੋਧੀਆਂ ਨੇ ਨਹੀਂ ਲਾਏ, ਕਾਂਗਰਸ ਦੇ ਕੈਬਨਿਟ ਮੰਤਰੀਆਂ ਤੇ ਐਮਐਲਏ ਨੇ ਲਾਏ, ਸੀਨੀਅਰ ਲੀਡਰਾਂ ਨੇ ਲਾਏ, ਉਹਦੇ ਉੱਤੇ ਕੋਈ ਵਾਈਟ ਪੇਪਰ ਨਹੀਂ ਜਾਰੀ ਕੀਤਾ। ਲਿਪਾਪੋਚੀ ਕਰਨ ਵਾਸਤੇ ਬਦਲੀ ਕਰਕੇ ਵਿਨੀ ਮਹਾਜਨ ਨੂੰ ਲੈ ਆਂਦਾ ਐਜ਼ ਅ ਚੀਫ ਸੈਕਟਰੀ। ਪਹਿਲਾਂ ਕਰਨ ਅਵਤਾਰ ਦੇ ਉੱਤੇ ਜਿਹੜੇ ਦੋਸ਼ ਲੱਗੇ ਆ, ਉਹਨਾਂ ਦੋਸ਼ਾਂ ਸੰਬੰਧੀ ਜਾਂ ਤਾਂ ਉਹਨਾਂ ਨੂੰ ਕਲੀਨ ਚਿੱਟ ਦੇਣ ਕਰਨ ਅਵਤਾਰ ਨੂੰ, ਜਾਂ ਵਾਈਟ ਪੇਪਰ ਜਾਰੀ ਕਰਨ ਵੀ ਸਟੇਟ ਦਾ 650 ਕਰੋੜ ਰੁਪਈਆ ਲਿਕਰ ਮਾਫੀਆ ਨੇ, ਕਿਹੜੇ ਲੋਕ ਸ਼ਾਮਲ ਹੈਗਾ ਲਿਕਰ ਮਾਫੀਆ ਦੇ ਵਿੱਚ, ਇਹਨਾਂ ਨੇ 650 ਕਰੋੜ ਰੁਪਈਆ ਡਕਾਰ ਕੀਤਾ। ਲਗਾਤਾਰ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਲੀਡਰ ਕੁਲਤਾਰ ਸਿੰਘ ਸੰਧਵਾਂ ਨੇ ਖੱਚਰ ਰੇੜੇ ਤੇ ਚੜ੍ਹ ਕੇ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਸੰਧਵਾਂ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਦੀ ਭਾਸ਼ਾ ਵਿੱਚ ਮੋਦੀ ਸਰਕਾਰ ਨੂੰ ਖਰੀਆਂ ਖੋਟੀਆਂ ਸੁਣਾਈਆਂ। ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਅਦੇ ਨੂੰ ਲੈ ਕੇ ਹਰ ਵਰਗ 'ਚ ਹਾਹਾਕਾਰ ਮਚੀ ਹੋਈ ਹੈ। ਹਰ ਕੋਈ ਇਸ ਤੋਂ ਪਰੇਸ਼ਾਨ ਹੈ, ਚਾਹੇ ਉਹ ਆਮ ਵਰਗ ਹੋਵੇ ਜਾਂ ਖਾਸ ਕਿਸਾਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਚੱਲਦੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਖੱਚਰ ਰੇੜੇ ਉੱਤੇ ਚੜ੍ਹ ਮੋਦੀ ਖਿਲਾਫ ਜੰਮ ਕੇ ਪੜਾਸ ਕੱਢੀ। ਦੇਖੋ ਕੁਝ ਤਸਵੀਰਾਂ। ਅਸੀਂ ਭਾਰਤ ਸਰਕਾਰ ਦਾ ਇਹ ਪਿੱਟ ਸਿਆਪਾ ਕਰਨ ਵਾਸਤੇ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢ ਰਹੇ ਹਾਂ। ਅੱਜ ਤੇਲ ਦੀਆਂ ਕੀਮਤਾਂ ਘੱਟ ਕਰੋ, ਆਮ ਆਦਮੀ ਪਾਰਟੀ ਜਿੰਦਾਬਾਦ। ਇਸ ਮੌਕੇ ਕੁਲਤਾਰ ਸੰਧਵਾ ਨੇ ਮੀਡੀਆ ਦੇ ਕੈਮਰੇ ਸਾਹਮਣੇ ਹਿੰਦੀ 'ਚ ਮੋਦੀ ਸਰਕਾਰ ਨੂੰ ਲਾਂਤਾਂ ਪਾਈਆਂ ਅਤੇ ਖਰੀਆਂ ਖੋਟੀਆਂ ਸੁਣਾਈਆਂ। पिछले 20 दिन में मतलब रिकॉर्ड तोड़ दिया मोदी साहब ने, 70 साल का डीजल पेट्रोल से महंगा कर दिया। लोगों की तकलीफ दिखाई नहीं देती इनको। जो 4500 करोड़ रुपए इन्होंने अपना पीएम केयर्स फंड में, जो प्राइवेट फंड बनाया है उसमें इकट्ठा कर लिया, वो नहीं खर्च रहे, लोगों को लूट रहे हैं, किसान को लूट रहे हैं, मजदूर को लूट रहे हैं, दुकानदार को लूट रहे हैं, स्टूडेंट को लूट रहे हैं, सबको लूट रहे हैं ये लोग। ये लूट बंद होनी चाहिए। ये बंद करने के लिए हमने आज प्रोटेस्ट किया है। ये डीजल पेट्रोल की जो बढ़ी हुई कीमतें वे वापस करें। अगर पाकिस्तान जैसा भिखमंगा देश अपने रेट कम कर सकता है तो आप क्यों नहीं कर सकते मोदी साहब? देखिए कोरोना का हम लोग ध्यान रख रहे हैं। हम 5 लोग चले थे प्रोटेस्ट करने के लिए, लोग कितने दुखी है, सभी कितने लोग हमारे साथ आएंगे, 20-25 लोग हमारे साथ आ गए हैं, लेकिन ये सब भी पर्सनल डिस्टेंस रख रहे हैं। लेकिन मोदी साहब को ये चाहिए कि कोरोना के चलते हुए जो पैसा इकट्ठा किया है वो लोगों में बांटे। गरीब लोगों का 50,000 रुपये बिल आ रहा है, 2-2 महीने दुकान बंद रही है, उसका भी बिल दे दिया उन्होंने, बिजली का बिल। ये धक्का हो रहा है पंजाब के लोगों के साथ, दुनिया के लोगों, देश के लोगों के साथ, और इसकी जिम्मेदारी मोदी सरकार पर है। सर वर्ल्ड बैंक से कर्जा लिया गया था कोविड-19 को देश को आगे बढ़ाने के लिए, वो भी कहीं ना कहीं खत्म हो गया और कीमतें बढ़ रही हैं। उसका देखिए जो अंबानी है वो दुनिया के बहुत से अमीर लोगों में से, एशिया में से पहले 10 लोगों में से है। उसकी अमीरी कोविड के दौरान बढ़ गई है, वो इनका साथी है मोदी साहब का। सो लूट लूट कर अंबानी अडानी की जेबें मत भरो। गरीब आपको बददुआएं दे रहा है, देश का गरीब मोदी साहब आपको बददुआएं दे रहा है। कृपया आप दुआएं लेने वाला काम कीजिए। ये डीजल पेट्रोल का जो कीमत बढ़ाई है इसको कम कीजिए। ਬੀਤੇ ਕਾਫੀ ਦਿਨਾਂ ਤੋਂ ਲਗਾਤਾਰ ਦੇਸ਼ ਅੰਦਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਨੇ, ਜਿਸ ਦੇ ਵਿਰੋਧ 'ਚ ਚੰਡੀਗੜ੍ਹ 'ਚ ਕਾਂਗਰਸ ਪਾਰਟੀ ਦੀਆਂ ਔਰਤਾਂ ਵੱਲੋਂ ਕਾਲੇ ਕੱਪੜੇ ਪਾ ਅਤੇ ਗੱਡੀ ਦੀ ਅਰਥੀ ਬਣਾ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਤੇ ਤਿੱਖਾ ਧਾਵਾ ਬੋਲਦਿਆਂ ਤਿੱਖੇ ਵਾਰ ਕੀਤੇ। मोदी सरकार हाय 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 मोदी सरकार हाय 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 पेट्रोल के दाम कम करो कम करो पेट्रोल के दाम कम करो। ये प्रोटेस्ट करने का जो कारण है वो सब मुझे लगता है देश की जनता जानती है किस तरीके से पेट्रोल और डीजल के रेट बढ़ चुके हैं। अब तो हालत ये हो गई है कि सवारी भी गाड़ी लेने को तैयार नहीं है। वो कहता है इसका संस्कार करेंगे क्योंकि हम लोगों के पास ना जेब में पैसे हैं इसको मेंटेन करने के लिए, क्योंकि लॉकडाउन के चलते हुए, कोरोना के चलते हुए हमारी अर्थव्यवस्था इतनी ख़त्म हो चुकी है कि जो व्यक्ति पेट्रोल या डीजल डलवाता था वो भी आज 80 पार होने के कारण नहीं कर सकता। लेकिन मुझे ये बड़ा शर्म से और दुख से कहना पड़ रहा है कि क्या हमारी सरकार को या अंधभक्तों को ये पता नहीं चलता है कि क्या हो रहा है, किस तरीके का बोझ हम लोगों पे। पहले कोरोना की महामारी और उसमें इन्होंने जानबूझ के ये सब काम किया है ताकि लोग कुछ बोल ना सके, कुछ कर ना सके। चंडीगढ़ महिला कांग्रेस जनता के साथ है और जनता का हमेशा ही उन्होंने जो भी जन विरोधी गतिविधियां हुई हैं उनके विरोध में हमेशा आवाज़ उठाई है और आज भी जनता के लिए हम ये रोष प्रकट चंडीगढ़ महिला कांग्रेस की तरफ से कर रहे हैं। ये 15 शुरू कहाँ तक जाएगा?
ये 15 में ही जाएगा। 15 की मार्केट जो दूसरी मार्केट है पटेल मार्केट की तरफ, उस तरफ कूच करेगा, और ताकि सभी जगह पे, और चंडीगढ़ कांग्रेस की तरफ से, चंडीगढ़ महिला की तरफ से भी ये जो प्रोटेस्ट है हर ब्लॉक में, चंडीगढ़ के हर ब्लॉक में होगा, और ये आने वाले दिनों में आपको पता चलेगा। कांग्रेस की महिलाएं कितनी इसमें पार्टिसिपेट कर रही हैं? कांग्रेस की सारी डिस्ट्रिक्ट, एक्चुअली क्या है कि सोशल हमें कम से कम लोग लेके जाने हैं, इसमें हमारे स्टेट के सारे मेयर और डिस्ट्रिक्ट के सारे मेयर और जो ब्लॉक के इंचार्ज ज़्यादा हो चुकी कांग्रेस के टाइम में, तब भी हमारा तकनीकी सरकार जो था वो 55 या 60 से ऊपर नहीं दिया, लेकिन आज जब कच्चा तेल हमें इतने कम रेट में मिल रहा है, उसके बावजूद भी मोदी सरकार का हमें 80 पर, और वो भी डीजल जो किसानों के लिए, ट्रांसपोर्ट के लिए है। हम लेडीज़ के किचन कहाँ जाएगी? आप ये देखिए, अगर डीजल ट्रांसपोर्ट के थ्रू हमें सामान मिल रहा है वो सब महंगाई के ऊपर है। तो ये जो दो मार हो गई, कोरोना की मार और ऊपर से ये मार, इसके विरोध में हम प्रदर्शन जारी रखेंगे जब तक ये न्यूनतम पैसों तक नहीं पहुँचता। ये हम इसका संस्कार विधि में, हिंदू रीति के हिसाब से जो भी संस्कार विधि होती है उसमें मटके की ज़रूरत होती है। हाँ, ये कहा जाता है कि हिंदुओं में कि एक प्रथा है कि लड़का ही संस्कार कर सकता है। ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਪਰਾਂ ਹਟਾਉਣ ਤੋਂ ਬਾਅਦ ਕੈਪਟਨ ਸਾਹਿਬ ਦੇ ਲੀਡਰ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਕਾਂਗਰਸੀ ਲੀਡਰ ਰਾਜਾ ਵੜਿੰਗ ਨੇ ਇੱਕ ਪੋਸਟ ਜ਼ਰੀਏ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਕੈਪਟਨ ਸਾਹਿਬ ਦਾ ਧੰਨਵਾਦ ਵੀ ਕੀਤਾ। ਆਓ ਦੇਖਦੇ ਹਾਂ ਵੜਿੰਗ ਸਾਹਿਬ ਨੇ ਆਪਣੀ ਪੋਸਟ ਵਿੱਚ ਕੀ ਲਿਖਿਆ। ਰਾਜਾ ਵੜਿੰਗ ਆਪਣੀ ਪੋਸਟ 'ਚ ਲਿਖਦੇ ਨੇ ਕਿ ਮੈਂ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਚੀਫ ਸੈਕਟਰੀ ਨੂੰ ਬਦਲ ਦਿੱਤਾ। ਮੈਂ ਕੁਝ ਦਿਨ ਪਹਿਲਾਂ ਪੰਜਾਬ ਨੂੰ ਪਏ 600 ਕਰੋੜ ਦੇ ਘਾਟੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਜਾਂਚ ਲਈ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਸੀ ਅਤੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਉਹਦੇ ਅਹੁਦੇ ਤੋਂ ਹਟਾਉਣ ਦੀ ਬੇਨਤੀ ਕੀਤੀ ਸੀ, ਕਿਉਂਕਿ ਉਸ ਦਾ ਨਾਮ ਵੀ ਇਸ ਲਈ ਜ਼ਿੰਮੇਵਾਰ ਲੋਕਾਂ ਵਿੱਚ ਆ ਰਿਹਾ ਸੀ। ਕੋਟਕਪੂਰਾ ਗੋਲੀकांड ਮਾਮਲੇ 'ਚ ਨਾਮਜ਼ਦ ਐਸਐਚਓ ਗੁਰਦੀਪ ਸਿੰਘ ਪੰਦੇਰ ਨੂੰ ਸਿੱਟ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ 1 ਦਿਨ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਵੱਲੋਂ ਪੰਦੇਰ ਨੂੰ 14 ਦਿਨਾਂ ਲਈ ਜੁਡੀਸ਼ੀਅਲ ਕਸਟਡੀ ਵਿੱਚ ਜੇਲ੍ਹ ਭੇਜਿਆ ਗਿਆ। ਦੱਸ ਦਈਏ ਕਿ ਪੰਦੇਰ ਦੇ ਖਿਲਾਫ ਗੋਲੀकांड ਮਾਮਲੇ 'ਚ ਰਿਕਾਰਡ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਨੇ। ਨਹੀਂ, ਉਹਨਾਂ ਨੂੰ ਅਜੇ ਜੀ ਅਸੀਂ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਜੀ, ਜਿਹੜੇ ਹੈਗੇ ਕਿੰਨੇ ਦਿਨ ਰਿਮਾਂਡ ਤੇ ਗਏ ਜੀ? ਜੁਡੀਸ਼ੀਅਲ 10 ਤੱਕ ਗਏ ਜੀ। ਜੀ ਇਸ ਤੋਂ ਬਾਅਦ ਤੁਹਾਨੂੰ ਆਪਾਂ ਮੰਗ ਕੀਤੀ ਕਿ ਆਪਣੇ ਨੌਜਵਾਨ ਮੰਗ, ਉਹ ਇਨਵੈਸਟੀਗੇਸ਼ਨ ਏਜੰਸੀ ਜਿਵੇਂ ਕਲੀਅਰ ਕਰੇਗੀ ਜੀ ਉਵੇਂ ਹੋਏਗਾ ਜੀ। ਯਾਨੀ ਕਿ 10/7 ਤੱਕ 10/7 ਪਈ ਹੈ ਜੀ ਜੁਡੀਸ਼ੀਅਲ ਰਿਮਾਂਡ ਦੀ। ਸ਼ਰਮਨਾਕ ਮਾਮਲਾ ਫਰੀਦਕੋਟ ਤੋਂ, ਜਿੱਥੇ ਦੇ ਪਿੰਡ ਖੱਚੜਾਂ 'ਚ 62 ਸਾਲਾ ਸਾਬਕਾ ਫੌਜੀ ਨੇ ਆਪਣੇ ਗੁਆਂਢ 'ਚ ਰਹਿੰਦੀ ਇੱਕ 12 ਸਾਲ ਦੀ ਬੱਚੀ, ਜਿਸ ਦੇ ਮਾਂ-ਪਿਓ ਕਾਫੀ ਸਮਾਂ ਪਹਿਲਾਂ ਹੀ ਗੁਜ਼ਰ ਚੁੱਕੇ ਨੇ, ਉਸ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਥਾਣਾ ਜੈਤੋ ਦੀ ਪੁਲਿਸ ਨੇ ਪਹੁੰਚ ਦਰਿੰਦੇ ਫੌਜੀ ਨੂੰ ਦਬੋਚ ਲਿਆ। ਦੇਖੋ ਪੂਰਾ ਮਾਮਲਾ। ਅਸੀਂ ਆਪਣੇ ਘਰਾਂ ਅੰਦਰ ਚੈਨ ਦੀ ਨੀਂਦ ਸੌਂਦੇ ਹਾਂ, ਜਿਸ ਦਾ ਕਾਰਨ ਨੇ ਬਿਨਾਂ ਡਰੇ ਬਿਨਾਂ ਥੱਕੇ ਬਾਰਡਰਾਂ ਤੇ ਰਾਖੀ ਕਰਨ ਵਾਲੇ ਫੌਜੀ, ਜੋ ਹੱਸਦੇ-ਹੱਸਦੇ ਦੇਸ਼ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦੇ ਨੇ। ਪਰ ਫਰੀਦਕੋਟ ਜ਼ਿਲ੍ਹੇ ਤੋਂ ਇੱਕ ਅਜਿਹੀ ਸ਼ਰਮਨਾਕ ਘਟਨਾ ਸਾਹਮਣੇ ਆਈ, ਜਿੱਥੇ ਇੱਕ ਸਾਬਕਾ ਫੌਜੀ ਨੇ ਫੌਜ ਦੇ ਮੱਥੇ ਤੇ ਕਲੰਕ ਮੜ ਦਿੱਤਾ। ਕਲੰਕ ਵੀ ਅਜਿਹਾ ਸ਼ਰਮਨਾਕ ਜਿਸ ਦੀ ਕਿਸੇ ਨੇ ਵੀ ਉਮੀਦ ਤੱਕ ਨਾ ਕੀਤੀ ਹੋਣੀ। ਜੀ ਹਾਂ, ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਖੱਚੜਾ ਦੀ ਹੈ, ਜਿੱਥੇ ਕਰੀਬ 62 ਸਾਲਾ ਸਾਬਕਾ ਫੌਜੀ ਨੇ ਆਪਣੇ ਗੁਆਂਢ 'ਚ ਰਹਿਣ ਵਾਲੀ ਬਿਨਾਂ ਮਾਂ-ਬਾਪ ਦੀ ਕਰੀਬ 12 ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਬੱਚੀ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਤੇ ਬੱਚੀ ਆਪਣੇ ਚਾਚਾ-ਚਾਚੀ ਕੋਲ ਰਹਿੰਦੀ ਹੈ। ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਥਾਣਾ ਜੈਤੋ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਦੋਸ਼ੀ ਨੂੰ ਦਬੋਚ ਲਿਆ। ਮਾਮਲੇ ਬਾਬਤ ਜਾਣਕਾਰੀ ਸਾਂਝੀ ਕੀਤੀ ਥਾਣਾ ਜੈਤੋ ਦੇ ਇੰਸਪੈਕਟਰ ਦਲਜੀਤ ਸਿੰਘ ਨੇ। ਇੱਕ ਰਾਤ ਇੱਕ ਇਤਲਾਹ ਮਿਲੀ ਸੀ 12 ਸਾਲ ਦੀ ਨਾਬਾਲਗ ਬੱਚੀ ਨਾਲ ਰਮਨੀਤ ਸਿੰਘ ਸਾਬਕਾ ਫੌਜੀ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੇ ਹੀ ਤਲਾਮਨ ਤੇ ਮੁਕੱਦਮਾ ਦਰਜ ਕਰਕੇ ਹੀ ਦੋਸ਼ੀ ਗ੍ਰਿਫਤਾਰ ਕਰ ਲਿਆ। ਅੱਗੇ ਪੜਤਾਲ ਚੱਲ ਰਹੀ ਹੈ। ਕਿੰਨੀ ਉਮਰ ਦੱਸੀ ਜਾ ਰਹੀ ਹੈ ਇਸ ਫੌਜੀ ਦੀ? 62-63 ਸਾਲ ਦੱਸੀ ਜਾ ਰਹੀ ਹੈ।
ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਦਿਓ ਆਗਿਆ। ਤੁਸੀਂ ਵੇਖਦੇ ਰਹੋ ਚੱਕਦੇ ਟੀਵੀ। ਸਤਿ ਸ਼੍ਰੀ ਅਕਾਲ। Face mask manufacturer. Factory capacity 500,000 mask per day. 2 and 3 ply disposable face mask. 3 ply disposable face mask with nose wire. RN95 respirator face mask. Adjustable nose piece for ultimate comfort. For bulk order and more information www.risley.org.